ਅੱਜ ਸਵੇਰੇ ਇੱਕ ਗੁਰਮੁਖ ਪਿਆਰੇ ਨੇ ਟੈਲੀਫੋਨ ਦੁਆਰਾ ਪੁੱਛਿਆ ਸੀ ਕਿ ਤੁਸੀਂ ਕਹਿੰਦੇ ਹੋ ਮੰਗਣਾ ਕੁਝ ਨਹੀਂ ਹੈ, ਵੀ ਮੰਗਣ ਕਰਕੇ ਮੰਗ ਦੇ ਨਾਲ ਸੰਬੰਧ ਜੁੜ ਜਾਂਦਾ ਹੈ। ਦਾਤੇ ਦੇ ਨਾਲ ਨਹੀਂ ਜੁੜਦਾ ਹੈ, ਦਾਤ ਦੇ ਨਾਲ ਜੁੜ ਜਾਂਦਾ ਸੰਬੰਧ। ਦਾਤ ਪਿਆਰੀ ਵਿਸਰਿਆ ਦਾਤਾਰ। ਤੇ ਕੀ ਮੰਗਣਾ ਚਾਹੀਦਾ ਹੈ? ਕਦੇ ਕਦੇ ਮੰਗਣ ਦਾ ਭਾਵ ਹੁੰਦਾ ਹੈ ਜਿਹੜੇ ਸਾਧਨਾ ਕਰਦੇ ਹਨ, ਪਰਮਾਰਥ ਦੇ ਮਾਰਗ ਤੇ ਚੱਲਦੇ ਹਨ, ਤੇ ਉਹਨਾਂ ਦੇ ਅੰਦਰੋਂ ਭਾਵ ਉੱਠਦਾ ਹੈ ਕਈ ਵਾਰ ਅਰਦਾਸ ਦਾ, ਪ੍ਰਾਰਥਨਾ ਦਾ। ਤੇ ਉਵੇਂ ਤੇ ਭਗਤਾਂ ਨੇ, ਉਹਦੇ ਦਾਸਾਂ ਨੇ, ਪਿਆਰਿਆਂ ਨੇ ਬਹੁਤ ਕੁਛ ਮੰਗਿਆ ਹੈ। ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ। ਪਰਮਾਤਮਾ ਦਾ ਜਸ, ਪਰਮਾਤਮਾ ਦੀ ਯਾਦ। ਪਰਮਾਤਮਾ ਦੀ ਯਾਦ ਮੰਗਣ ਨਾਲੋਂ ਜ਼ਿਆਦਾ ਵਧੀਆ ਹੈ ਸੰਸਾਰ ਨੂੰ ਭੁੱਲਣਾ ਮੰਗੋ। ਪਰਮਾਤਮਾ ਨੂੰ ਮੰਗਣ ਨਾਲੋਂ ਮਿਟਣਾ ਮੰਗੋ। ਤਾਂ ਕਿ ਬੰਧਨ ਮੁਕਤ ਹੋ ਸਕੋ। ਬੰਧਨ ਮੁਕਤ ਸੰਤੋ ਹੋ, ਮੇਰੀ ਰਾਖਹਿ ਮਮਤਾ। ਮੇਰੀ ਮਮਤਾ ਨੂੰ ਤੁਸੀਂ ਰੱਖ ਲਓ ਤਾਂ ਮੈਨੂੰ ਬੰਧਨ ਮੁਕਤ ਕਰ ਦਿਓ। ਮਮਤਾ ਮਮ, ਮੈਂ ਨੂੰ ਰੱਖ ਲਓ ਤੇ ਮੈਨੂੰ ਹੀ ਬੰਧਨ ਹੈ, ਤੇ ਮੈਂ ਹੀ ਮੰਗ ਰਹੀ ਹੈ। ਤੇ ਸੁਭਾਵਿਕ ਹੀ ਹੈ, ਸਹਿਜ ਹੈ। ਹਰ ਇੱਕ ਦੇ ਅੰਦਰੋਂ ਮੰਗਣ ਦਾ ਭਾਵ ਉੱਠਦਾ ਹੈ ਤੇ ਆਦਮੀ ਉੱਪਰ ਨੂੰ ਅੱਖਾਂ ਕਰਕੇ ਹੱਥ ਜੋੜ ਕੇ ਮੰਗਦਾ ਹੈ। ਜਾਂ ਆਪਣੇ ਗੁਰੂ ਕੋਲੋਂ ਮੰਗਦਾ ਹੈ, ਆਪਣੇ ਪਿਆਰੇ ਕੋਲੋਂ ਮੰਗਦਾ ਹੈ, ਪ੍ਰੀਤਮ ਕੋਲੋਂ ਮੰਗਦਾ ਹੈ। ਪਰ ਮੰਗੋ ਐਸਾ ਕਹਿੰਦੇ ਹਨ ਵੀ ਕ੍ਰਿਸ਼ਨ ਨੇ ਪੁੱਛਿਆ ਸੀ ਪਾਂਡਵਾਂ ਦੀ ਮਾਤਾ ਕੋਲੋਂ ਵੀ ਮੈਂ ਬਹੁਤ ਖੁਸ਼ ਹਾਂ, ਤੇਰੀ ਸੇਵਾ ਤੇ ਪ੍ਰਸੰਨ ਹਾਂ, ਤੇਰੀ ਭਾਵਨਾ ਤੋਂ। ਤੂੰ ਜੋ ਮੰਗਣਾ ਹੈ ਮੰਗ, ਜੋ ਤੂੰ ਚਾਹੁੰਦੀ ਹੈ ਉਹ ਮੰਗ ਲੈ, ਮੈਂ ਦੇਣ ਨੂੰ ਤਿਆਰ ਹਾਂ। ਤੇ ਕਹਾਣੀ ਇਉਂ ਹੈ ਕਿ ਉਹਨੇ ਮੰਗਿਆ ਐਸਾ ਕਿ ਉਹਨੂੰ ਕ੍ਰਿਸ਼ਨ ਵੀ ਨਹੀਂ ਦੇ ਸਕੇ, ਉਹਦੀ ਮੰਗ ਪੂਰੀ ਨਹੀਂ ਕਰ ਸਕੇ। ਕ੍ਰਿਸ਼ਨ ਨੂੰ ਅਗਰ ਚੁੱਪ ਕਰਾਇਆ ਹੈ ਕਿਸੇ ਨੇ
ਤੇ ਉਸ ਇਸਤਰੀ ਨੇ ਉਹਨੇ ਕਿਹਾ, ਅਗਰ ਤਰੁੱਠੇ ਹੀ ਹੋ ਤਾਂ ਮੈਨੂੰ ਦੁੱਖ ਦੇ ਦਿਓ, ਮੇਰੀ ਝੋਲੀ ਦੇ ਵਿੱਚ ਦੁੱਖ ਪਾ ਦਿਓ। ਤੇ ਪਰਮਾਤਮਾ ਕਦੀ ਦੁੱਖ ਨਹੀਂ ਦਿੰਦਾ, ਖਿਆਲ ਵਿੱਚ ਰੱਖਿਓ। ਪ੍ਰਭੂ ਦੇ ਪਿਆਰਿਆਂ ਕੋਲ ਅਗਰ ਤੁਸੀਂ ਦੁੱਖ ਮੰਗੋਗੇ ਨਾ ਤਾਂ ਉਹ ਅਸਮਰਥ ਹਨ, ਦੁੱਖ ਥੋੜ੍ਹੇ ਦੇ ਸਕਦੇ। ਕ੍ਰਿਸ਼ਨ ਨੇ ਪੁੱਛਿਆ ਵੀ ਤੂੰ ਕਿਉਂ ਮੰਗ ਰਹੀ ਹੈ? ਕਹਿੰਦੀ ਦੁੱਖ ਦਾ ਕਰਕੇ ਤੁਸੀਂ ਯਾਦ ਰਹਿੰਦੇ ਹੋ, ਮੈਨੂੰ ਚੇਤੇ ਰਹਿੰਦੇ ਹੋ। ਦੁੱਖ ਦਾਰੂ, ਦੁੱਖ ਦਾਰੂ ਹੈ, ਦਵਾ ਹੈ। ਸੁੱਖ ਦੇ ਵਿੱਚ ਤੇ ਪ੍ਰਮਾਤਮਾ ਭੁੱਲ ਜਾਂਦਾ ਹੈ। ਹੁਣ ਦੁੱਖ ਆਇਆ ਹੈ ਸੰਸਾਰ ਦੇ ਵਿੱਚ, ਬਿਮਾਰੀ ਆਈ ਹੈ, ਤੇ ਕਿੰਨਾ ਲੋਕਾਂ ਨੂੰ ਪਰਮਾਤਮਾ ਯਾਦ ਆ ਰਿਹਾ। ਕੋਈ ਪ੍ਰਾਰਥਨਾ ਕਰਦਾ, ਕੋਈ ਅਰਦਾਸ ਕਰਦਾ, ਦੁਆ ਕਰਦੇ ਹਨ ਲੋਕ, ਯਾਦ ਕਰਦੇ। ਦੁੱਖ ਵੇਲੇ ਯਾਦ ਆਉਂਦਾ ਹੈ, ਸੁੱਖ ਵੇਲੇ ਭੁੱਲ ਜਾਂਦਾ ਹੈ। ਜਦੋਂ ਕਲੱਬਾਂ ਦੇ ਵਿੱਚ ਨੱਚਦੇ ਹਨ, ਪੁੜਕਦੇ ਹਨ, ਕਿੱਥੇ ਯਾਦ ਰਹਿੰਦਾ ਹੈ ਰੱਬ। ਤੇ ਦੁੱਖ ਦੇ ਵਿੱਚ ਯਾਦ ਰਹਿੰਦਾ ਹੈ। ਤੇ ਉਹਨੇ ਦੁੱਖ ਮੰਗਿਆ ਸੀ। ਤੇ ਤੁਸੀਂ ਸਾਰੇ ਹੀ ਤਕਰੀਬਨ ਸੁੱਖ ਮੰਗਦੇ ਹੋ ਪਰਮਾਤਮਾ ਕੋਲ। ਹਰ ਇੱਕ ਆਦਮੀ ਸੁੱਖ ਮੰਗਦਾ ਹੈ। ਅਗਰ ਕੋਈ ਮੌਤ ਵੀ ਮੰਗਦਾ ਹੈ ਨਾ, ਉਹ ਇਸੇ ਕਰਕੇ ਮੰਗਦਾ ਹੈ ਵੀ ਜੀਵਨ 'ਚ ਸੁੱਖ ਨਹੀਂ ਹੈ। ਕਈ ਕਹਿ ਦਿੰਦੇ ਹਨ ਮੈਨੂੰ ਮੌਤ ਹੀ ਦੇ ਦੇਵੇ ਰੱਬ, ਜੀਵਨ 'ਚ ਸੁੱਖ ਨਹੀਂ, ਤਾਂ ਮੌਤ ਮੰਗਦਾ। ਤੇ ਹਰ ਇੱਕ ਆਦਮੀ ਸੁੱਖ ਮੰਗਦਾ ਹੈ। ਸੁੱਖ ਮੰਗਤ ਦੁੱਖ ਆਗਰ ਆਵੇ। ਤੇ ਸੁੱਖ ਮੰਗਿਆ ਨਹੀਂ ਜਾ ਸਕਦਾ, ਕਿਉਂਕਿ ਸੁੱਖ ਤੁਹਾਡਾ ਸੁਭਾਅ ਹੈ। ਜਿਵੇਂ ਪਰਮਾਤਮਾ ਨਹੀਂ ਮੰਗਿਆ ਜਾ ਸਕਦਾ। ਪਰਮਾਤਮਾ ਕਦੀ ਮੰਗ ਨਹੀਂ ਬਣ ਸਕਦਾ, ਕਿਉਂਕਿ ਪਰਮਾਤਮਾ ਦੂਸਰਾ ਨਹੀਂ ਹੈ, ਪਰ ਨਹੀਂ ਹੈ। ਜਿਵੇਂ ਇਵੇਂ ਸਮਝ ਲਵੋ ਤੁਸੀਂ ਆਪਣੇ ਆਪ ਨੂੰ ਮੰਗ ਲਓ। ਹੁਣ ਆਪਣੇ ਆਪ ਨੂੰ ਤੁਸੀਂ ਕਿਵੇਂ ਮੰਗੋਗੇ? ਉਹ ਤਾਂ ਤੁਸੀਂ ਹੋ ਹੀ। ਇਵੇਂ ਹੀ ਪਰਮਾਤਮਾ ਨੂੰ ਕਿਵੇਂ ਮੰਗੋਗੇ? ਪਰ ਮੰਗਿਆ ਜਾ ਸਕਦਾ, ਸੰਸਾਰ ਮੰਗਿਆ ਜਾ ਸਕਦਾ, ਸੰਸਾਰ ਦੇ ਪਦਾਰਥ ਮੰਗੇ ਜਾ ਸਕਦੇ, ਪਰ ਨੂੰ ਮੰਗਿਆ ਜਾ ਸਕਦਾ, ਸਵਯੰ ਨੂੰ ਨਹੀਂ। ਇਹਦਾ ਮਤਲਬ ਇਹ ਹੈ ਵੀ ਪਰ ਨੂੰ ਛੱਡਿਆ ਵੀ ਜਾ ਸਕਦਾ। ਤੇ ਪਰ ਨੂੰ ਛੱਡਣਾ ਮੰਗੋ, ਪਰ ਤੋਂ ਛੁਟਕਾਰਾ ਮੰਗੋ। ਕਿਉਂਕਿ ਪਰ ਤੋਂ ਛੁਟਕਾਰਾ ਹੋ ਗਿਆ ਤੇ ਉਹ ਤੁਹਾਨੂੰ ਮਿਲ ਜਾਵੇਗਾ ਜੋ ਤੁਹਾਡੇ ਕੋਲ ਹੈ, ਤੁਹਾਡੇ ਅੰਦਰ ਹੀ ਹੈ। ਬਾਹਰ ਤੋਂ ਛੁਟਕਾਰਾ ਮੰਗੋ। ਵੀ ਪਰਮਾਤਮਾ ਸੰਸਾਰ ਤੋਂ ਮੁਕਤ ਕਰ ਦੇਵੇ। ਤੇ ਸਿਰਫ ਉੱਪਰੋਂ ਉੱਪਰੋਂ ਨਹੀਂ ਮੰਗਣਾ ਹੈ ਵੀ ਵਾਸ਼ਨਾ ਤੇ ਸੰਸਾਰ ਦੀ ਹੋਵੇ ਅੰਦਰੋਂ, ਤੇ ਉੱਪਰੋਂ ਉੱਪਰੋਂ ਤੁਸੀਂ ਕਹੀ ਜਾਓ ਵੀ ਮੁਕਤ ਕਰ ਦਿਓ। ਨਹੀਂ, ਅੰਦਰੋਂ ਗਹਿਰੇ ਜਦੋਂ ਭਾਵ ਉੱਠੇ ਨਾ, ਤੇ ਤੁਸੀਂ ਕਹਿ ਦਿਓ ਨਾ ਵੀ ਮੈਂ ਮੁਕਤ ਹੋਣਾ ਚਾਹੁੰਦਾ ਹਾਂ ਤੇ ਚਾਹੁੰਦੀ ਹਾਂ, ਹੁਣ ਮੈਨੂੰ ਮੁਕਤ ਕਰ ਦਿਓ ਇਹ ਸੰਸਾਰ ਤੋਂ। ਹੁਣ ਮੈਂ ਸੰਸਾਰ ਵਿੱਚ ਨਹੀਂ ਰਹਿਣਾ ਚਾਹੁੰਦਾ।
ਤੇ ਤੁਸੀਂ ਨਹੀਂ ਰਹੋਗੇ। ਖਿਆਲ ਵਿੱਚ ਰੱਖੋ, ਜੋ ਤੁਸੀਂ ਮੰਗਦੇ ਹੋ ਨਾ ਉਹ ਹੀ ਮਿਲਦਾ ਹੈ। ਹਾਂ, ਮੰਗਦੇ ਤੁਸੀਂ ਪਹਿਲਾਂ ਹੋ, ਮਿਲਦਾ ਬਹੁਤ ਚਿਰ ਬਾਅਦ ਹੈ। ਪਿਛਲੇ ਜਨਮ 'ਚ ਮੰਗਿਆ ਹੋਵੇਗਾ, ਇਸ ਜਨਮ ਮਿਲ ਰਿਹਾ ਹੈ। ਤੇ ਮੰਗਿਆ ਤੇ ਤੁਸੀਂ ਹੀ, ਜੋ ਵੀ ਮੰਗਿਆ, ਜੈਸਾ ਮੰਗਿਆ ਹੈ ਵੈਸਾ ਮਿਲ ਰਿਹਾ ਹੈ। ਤੇ ਜੋ ਮਿਲ ਰਿਹਾ ਹੈ ਉਹਨੂੰ ਸਵੀਕਾਰ ਕਰੋ, ਕਿਉਂਕਿ ਤੁਸੀਂ ਹੀ ਮੰਗਿਆ ਹੈ, ਤੁਸੀਂ ਹੀ ਚਾਹਿਆ ਹੈ। ਸ਼ਿਕਾਇਤ ਦੀ ਕੋਈ ਗੁੰਜਾਇਸ਼ ਨਹੀਂ ਹੈ। ਤਦੇ ਕਿਹਾ ਹੈ ਨਾ, ਦੱਦੈ ਦੋਸ਼ ਨ ਦਿਓ ਕਿਸੇ, ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ। ਕਹਿੰਦੇ ਦੂਸਰੇ ਤੇ ਦੋਸ਼ ਨਾ ਦਿਓ। ਜੋ ਤੁਸੀਂ ਮੰਗਿਆ ਹੈ, ਜੋ ਤੁਸੀਂ ਕਰਮ ਕੀਤੇ ਹਨ ਕੁਛ ਪਾਉਣ ਵਾਸਤੇ, ਉਹ ਹੀ ਤੁਸੀਂ ਪਾਇਆ ਹੈ ਪਿਛਲੇ ਕਰਮਾਂ ਦੁਆਰਾ ਹੁਣ। ਖਿਆਲ ਵਿੱਚ ਰੱਖੋ। ਪਰ ਪਿੱਛੇ ਮੰਗਿਆ ਸੀ। ਕਈ ਵਾਰ ਕੀ ਹੁੰਦਾ ਹੈ ਨਾ, ਆਦਮੀ ਲੋੜੇ ਹੈ ਦਾਖ ਬਜੂਰੀਆਂ, ਕਿੱਕਰ ਬੀਜੈ ਜੱਟ। ਬੀਜ ਪਾ ਦਿੰਦਾ ਹੈ ਕੰਡਿਆਂ ਦੇ, ਤੇ ਲੋੜਦਾ ਹੈ ਦਾਖ ਬਜੂਰੀਆਂ, ਮਿੱਠੇ ਮਿੱਠੇ ਫਲ। ਤੇ ਜਦੋਂ ਕੰਡੇ ਵੱਜਦੇ ਹਨ ਪੈਰਾਂ ਦੇ ਵਿੱਚ, ਤੇ ਫਿਰ ਸੋਚਦਾ ਹੈ ਵੀ ਇਹ ਤੇ ਮੈਂ ਮੰਗਿਆ ਨਹੀਂ, ਇਹ ਤੇ ਮੈਂ ਬੀਜਿਆ ਨਹੀਂ। ਨਹੀਂ, ਜੋ ਤੁਸੀਂ ਬੀਜਦੇ ਹੋ, ਜੋ ਬੀਜੈ ਸੋ ਉਗਵੈ, ਮੋਹ ਕਾ ਕਹਿਆ ਵਾਓ। ਕਹਿੰਦੇ ਜੋ ਤੁਹਾਡੇ ਚਿੱਤ ਵਿੱਚ ਹੁੰਦਾ ਹੈ ਨਾ, ਉਹ ਹੀ ਉਗਦਾ ਹੈ। ਜੋ ਤੁਸੀਂ ਬੀਜਦੇ ਹੋ, ਅੰਕੁਰਿਤ ਕੁਝ ਸਮੇਂ ਬਾਅਦ ਹੁੰਦਾ ਹੈ, ਇਸ ਕਰਕੇ ਭੁੱਲ ਜਾਂਦਾ ਹੈ। ਪਰ ਜੋ ਵੀ ਬੀਜਿਆ ਹੈ ਉਹ ਮਿਲ ਰਿਹਾ ਹੈ। ਤੇ ਜੋ ਮਿਲ ਰਿਹਾ ਹੈ, ਅਗਰ ਤੁਸੀਂ ਉਹਨੂੰ ਪੂਰੀ ਤਰ੍ਹਾਂ ਸਵੀਕਾਰ ਕਰੋ ਵੀ ਅਸੀਂ ਹੀ ਬੀਜਿਆ ਸੀ, ਸਾਨੂੰ ਹੀ ਮਿਲ ਰਿਹਾ ਹੈ, ਤੇ ਇਹਦੇ ਵਿੱਚ ਸਾਡਾ ਹੀ ਦੋਸ਼ ਹੈ। ਤੇ ਜੋ ਮਿਲ ਰਿਹਾ ਹੈ ਇਹ ਤੇ ਸਵੀਕਾਰ ਹੈ। ਪਰ ਅੱਗੇ ਤੋਂ ਅਸੀਂ ਕੁਛ ਨਾ ਮੰਗੀਏ, ਕਿਉਂਕਿ ਅਸੀਂ ਕੁਛ ਵੀ ਮੰਗਿਆ ਤੇ ਸਾਡੇ ਕੋਲ ਗਲਤ ਮੰਗਿਆ ਜਾਵੇਗਾ। ਖਿਆਲ ਵਿੱਚ ਰੱਖੋ, ਵੀ ਆਦਮੀ ਦਾ ਮਨ ਜੋ ਕੁਛ ਵੀ ਮੰਗਦਾ ਹੈ ਨਾ, ਉਸ ਮੰਗ ਵਿੱਚ ਮਨ ਦੀ ਸੇਫਟੀ ਹੁੰਦੀ ਹੈ। ਮਨ ਆਪਣੀ ਮੌਤ ਨਹੀਂ ਮੰਗ ਸਕਦਾ, ਮੰਗਦਾ ਨਹੀਂ ਹੈ। ਇਸ ਕਰਕੇ ਮਨ ਬਚ ਜਾਂਦਾ ਹੈ। ਤੇ ਕਿਹਾ ਜਾਂਦਾ ਹੈ ਤੇ ਤੁਸੀਂ ਜੋ ਵੀ ਮੰਗੋਗੇ ਨਾ, ਉਹ ਹੀ ਗਲਤ ਹੋ ਜਾਂਦਾ ਹੈ, ਕਿਉਂਕਿ ਮਨ ਦੁਆਰਾ ਗਲਤ ਹੀ ਮੰਗਿਆ ਜਾਂਦਾ ਹੈ। ਇਹਦੇ ਨਾਲੋਂ ਜ਼ਿਆਦਾ ਵਧੀਆ ਇਹੋ ਹੀ ਹੈ ਕਹਿ ਦੇਣਾ ਵੀ ਪਰਮਾਤਮਾ ਜੋ ਤੈਨੂੰ ਠੀਕ ਲੱਗੇ ਉਹੋ ਹੀ ਸਾਨੂੰ ਦੇ ਦੇਵੀਂ ਤੂੰ। ਅਸੀਂ ਕੁਛ ਨਹੀਂ ਮੰਗਦੇ, ਸਾਨੂੰ ਮੰਗਣ ਦੀ ਜਾਚ ਨਹੀਂ ਹੈ। ਅਸੀਂ ਹਰ ਵਾਰ ਹੀ ਮੰਗਿਆ ਹੈ ਕੁਛ, ਮੰਗ ਕੇ ਫਿਰ ਫਸ ਗਏ ਹਾਂ। ਤੇ ਆਦਮੀ ਮੰਗ ਕੇ ਹੀ ਫਸਦਾ ਹੈ। ਆਦਮੀ ਦੀ ਖਵਾਹਿਸ਼ਾਂ ਹੀ ਫਸਾ ਰਹੀਆਂ ਹਨ, ਚਾਹਤਾਂ ਹੀ ਫਸਾ ਰਹੀਆਂ ਹਨ, ਤਾਂ ਹੀ ਫਸਿਆ ਹੋਇਆ ਹੈ ਤੇ ਜ਼ਿਆਦਾ ਫਸ ਜਾਂਦਾ ਹੈ। ਤੇ ਪਰਮਾਤਮਾ 'ਤੇ ਛੱਡ ਦਿਓ ਵੀ ਜੋ ਤੈਨੂੰ ਚੰਗਾ ਲੱਗਦਾ ਹੈ, ਤੈਨੂੰ ਪਤਾ ਹੈ ਕੀ ਠੀਕ ਹੈ ਸਾਡੇ ਵਾਸਤੇ। ਜਿਵੇਂ ਮਾਤਾ ਪਿਤਾ ਨੂੰ ਪਤਾ ਹੁੰਦਾ ਨਾ ਬੱਚੇ ਵਾਸਤੇ ਕੀ ਠੀਕ, ਇਵੇਂ ਹੀ ਪਰਮਾਤਮਾ ਨੂੰ ਪਤਾ ਹੈ ਜਾਂ ਗੁਰੂ ਨੂੰ ਪਤਾ ਹੈ ਕਿ ਕੀ ਠੀਕ ਹੈ ਤੁਹਾਡੇ ਵਾਸਤੇ। ਉਹਦੇ 'ਤੇ ਛੱਡ ਦਿਓ, ਜੋ ਤੁਹਾਨੂੰ ਚੰਗਾ ਲੱਗਦਾ ਹੈ
ਉਹ ਹੀ ਸਾਨੂੰ ਦੇ ਦੇ। ਤੇ ਉਹਨੂੰ ਪਤਾ ਹੈ ਤੁਹਾਨੂੰ ਕੀ ਜ਼ਰੂਰਤ ਹੈ। ਦੇਖਿਆ ਹੈ ਨਾ, ਬੱਚਾ ਜਦੋਂ ਪੈਦਾ ਹੁੰਦਾ ਹੈ ਉਹਦੇ ਮੂੰਹ 'ਚ ਦੰਦ ਨਹੀਂ ਹੁੰਦੇ ਹਨ, ਤੇ ਪਰਮਾਤਮਾ ਪਹਿਲਾਂ ਹੀ ਦੁੱਧ ਪੈਦਾ ਕਰ ਦਿੰਦਾ ਹੈ ਮਾਤਾ ਦੇ ਸਥਨਾਂ ਦੇ ਵਿੱਚ, ਤਾਂ ਦੁੱਧ ਪੀਣ ਲੱਗ ਜਾਂਦਾ ਹੈ। ਪਰਮਾਤਮਾ ਨੂੰ ਚਿੰਤਾ ਹੈ ਨਾ, ਚਿੰਤਾ ਦਾ ਕੀਮਤ ਕਰੋ, ਚਿੰਤਾ ਤਿਸ ਹੀ ਹੈ। ਉਹਨੂੰ ਚਿੰਤਾ ਹੈ ਸਾਰਿਆਂ ਦੀ, ਉਹ ਦੇ ਰਿਹਾ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਸਾਰਿਆਂ ਨੂੰ ਦੇ ਰਿਹਾ ਹੈ। ਤੇ ਉਹਦੇ ਤੇ ਹੀ ਛੱਡੋ ਤੁਸੀਂ, ਤੇ ਉਹਨੂੰ ਕਹੋ ਜੋ ਤੈਨੂੰ ਚੰਗਾ ਲੱਗਦਾ ਹੈ, ਜੋ ਤੈਨੂੰ ਭਾਉਂਦਾ ਹੈ, ਜੋ ਤਿਸ ਭਾਵੈ ਸਾਈ ਭਲੀ ਕਾਰ। ਜੋ ਤੈਨੂੰ ਭਾਉਂਦਾ ਹੈ ਨਾ, ਉਹ ਹੀ ਸਾਨੂੰ ਭਲਾ ਹੈ। ਦੇਖੋ ਬਾਬਾ ਨਾਨਕ ਜੀ ਜਦੋਂ ਇਹ ਗੱਲ ਕਹਿ ਰਹੇ ਹਨ ਵੀ ਜੋ ਤੈਨੂੰ ਭਾਉਂਦਾ ਹੈ ਉਹ ਸਾਨੂੰ ਸਵੀਕਾਰ ਹੈ, ਤੇ ਤੁਸੀਂ ਵੀ ਉਹਨੂੰ ਸਵੀਕਾਰ ਕਰੋ ਜੋ ਦੇ ਰਿਹਾ ਹੈ ਟੋਟਲ ਸਮੱਗਰ। ਤੇ ਅਗਰ ਤੁਸੀਂ ਸਵੀਕਾਰ ਕਰੋਗੇ ਨਾ, ਉਹਦੀ ਰਜ਼ਾ ਦੇ ਵਿੱਚ ਰਾਜੀ ਰਹੋਗੇ, ਤੇ ਫਿਰ ਕੂੜ ਦੀ ਪਾਲ ਜਿਹੜੀ ਉਹ ਟੁੱਟ ਜਾਂਦੀ ਹੈ। ਕਹਿੰਦੇ ਹਨ ਕਿ ਉਹ ਕੂੜ ਹੈ ਟੁੱਟੇ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਨਿਕਲਿਆ ਨਾ। ਉਹਦੀ ਰਜ਼ਾ ਦੇ ਵਿੱਚ ਉਹਨੂੰ ਸਵੀਕਾਰ ਕਰਨਾ, ਜੋ ਵੀ ਦੇ ਰਿਹਾ ਹੈ, ਜਿਵੇਂ ਵੀ ਦੇ ਰਿਹਾ ਹੈ, ਜਿਸ ਤਰ੍ਹਾਂ ਵੀ ਦੇ ਰਿਹਾ। ਹੁਣ ਜਿਵੇਂ ਘਰਾਂ ਦੇ ਵਿੱਚ ਬਿਠਾਇਆ ਹੈ, ਤੇ ਜੇ ਕੋਈ ਪੂਰਾ ਸਵੀਕਾਰ ਕਰ ਲਵੇ ਵੀ ਠੀਕ ਹੈ ਉਹਨੇ ਬਿਠਾਇਆ ਹੈ ਸਾਡੇ ਭਲੇ ਵਾਸਤੇ, ਤਾਂ ਕਿ ਅਸੀਂ ਬੈਠ ਕੇ ਚਿੰਤਨ ਕਰ ਸਕੀਏ, ਉਹਨੂੰ ਯਾਦ ਕਰ ਸਕੀਏ, ਤੇ ਕਿੰਨਾ ਸੁੱਖ ਨਹੀਂ ਮਿਲਦਾ ਹੈ।